ਇੱਕ ਪਾਸੇ ਜਿੱਥੇ ਪੂਰਾ ਦੇਸ਼ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾ ਰਿਹਾ ਹੈ, ਉੱਥੇ ਹੀ ਦੇਸ਼ ਵਾਸੀਆਂ ਨੂੰ ਆਜ਼ਾਦੀ ਦਾ ਨਿੱਘ ਦਿਵਾਉਣ ਵਾਲੇ ਕੁਝ ਸਾਬਕਾ ਫੌਜੀਆਂ ਦੇ ਪਰਿਵਾਰਾਂ ਦੀ ਹਾਲਤ ਅਜਿਹੀ ਬਣੀ ਹੋਈ ਹੈ ਜੋ ਕਿ ਸਰਕਾਰ ਅਤੇ ਪ੍ਰਸ਼ਾਸਨ ਲਈ ਬੜੀ ਬੇਸ਼ਰਮੀ ਵਾਲੀ ਗੱਲ ਹੈ। ਕਿਉਂਕਿ ਸਰਕਾਰ ਵੱਲੋਂ ਸਾਬਕਾ ਫੌਜੀਆਂ ਦੇ ਪਰਿਵਾਰਾਂ ਨੂੰ ਲੈ ਕੇ ਸਟੇਜਾਂ ਤੋਂ ਜਿਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ, ਉਸ ਤੋਂ ਹਰ ਇੱਕ ਦੇਸ਼ ਵਾਸੀ ਚੰਗੀ ਤਰ੍ਹਾਂ ਜਾਣੂ ਹੈ। ਪਰੰਤੂ ਅਸਲ ਸੱਚਾਈ ਕੀ ਹੈ, ਇਸ ਦਾ ਅੰਦਾਜ਼ਾ ਜ਼ਮੀਨੀ ਪੱਧਰ ਤੇ ਜਾ ਕੇ ਹੀ ਪਤਾ ਲੱਗਦਾ ਹੈ। ਅਜਿਹਾ ਹੀ ਮਾਮਲਾ ਹੁਸ਼ਿਆਰਪੁਰ ਦੇ ਹਲਕਾ ਸ਼ਾਮ 84 ਦੇ ਕੰਢੀ ਪਿੰਡ ਟੱਪਾ ਤੋਂ ਹੈ, ਜਿੱਥੋਂ ਦੇ ਰਹਿਣ ਵਾਲੇ ਇੱਕ ਸਾਬਕਾ ਸੈਨਿਕ ਪੰਡਿਤ ਪੂਰਨ ਚੰਦ ਦੇ ਪਰਿਵਾਰ ਦੀ ਹਾਲਤ ਇੰਨੀ ਤਰਸਯੋਗ ਹੈ ਜਿਸ ਨੂੰ ਕਿ ਸ਼ਬਦਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ। ਪੰਡਿਤ ਪੂਰਨ ਚੰਦ ਨੇ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਸੁਭਾਸ਼ ਚੰਦਰ ਬੋਸ ਦੀ ਆਜ਼ਾਦ ਹਿੰਦ ਫੌਜ 'ਚ ਰਹਿ ਕੇ ਦੇਸ਼ ਦੀ ਆਜ਼ਾਦੀ ਲਈ ਘਾਲਣਾ ਘੱਲੀ। ਉੱਥੇ ਹੀ ਅੰਗਰੇਜ਼ੀ ਹਕੂਮਤ ਦੇ ਤਸੀਹੇ ਝੱਲਦਿਆਂ ਹੋਇਆਂ 7 ਸਾਲ ਕਾਲੇ ਪਾਣੀ ਦੀ ਸਜ਼ਾ ਵੀ ਕੱਟੀ ਤੇ ਦੇਸ਼ ਦੀ ਆਜ਼ਾਦੀ ਤੋਂ ਬਾਅਦ ਭਾਰਤੀ ਫੌਜ 'ਚ ਤੈਨਾਤ ਹੋ ਕੇ ਦੇਸ਼ ਦੀ ਸੇਵਾ ਕੀਤੀ। ਪਰੰਤੂ ਇੰਨੇ ਤਸੀਹੇ ਝੱਲਣ ਅਤੇ ਘੱਲਣ ਤੋਂ ਬਾਅਦ ਵੀ ਪੰਡਿਤ ਪੂਰਨ ਚੰਦ ਦੇ ਪਰਿਵਾਰ ਦੀ ਹਾਲਤ ਇੰਨੀ ਤਰਸਯੋਗ ਹੋਣਾ ਸਰਕਾਰ ਅਤੇ ਪ੍ਰਸ਼ਾਸਨ ਦੋਹਾਂ ਲਈ ਬੜੀ ਨਮੋਸ਼ੀ ਵਾਲੀ ਗੱਲ ਹੈ। ਮੀਡੀਆ ਨਾਲ ਗੱਲਬਾਤ ਦੌਰਾਨ ਸਾਬਕਾ ਫੌਜੀ ਦੀ ਨੂੰਹ ਸ਼ਸ਼ੀ ਰਾਣੀ ਅਤੇ ਪੋਤੇ ਅਜੇ ਕੁਮਾਰ ਨੇ ਦੱਸਿਆ ਕਿ ਪੰਡਿਤ ਪੂਰਨ ਚੰਦ ਜੀ ਨੇ ਪੂਰੀ ਦ੍ਰਿੜਤਾ ਅਤੇ ਇਮਾਨਦਾਰੀ ਨਾਲ ਦੇਸ਼ ਪ੍ਰੇਮ ਦੀ ਭਾਵਨਾ ਨੂੰ ਮੁੱਖ ਰੱਖਦਿਆਂ ਹੋਇਆਂ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਕਈ ਤਰ੍ਹਾਂ ਦੇ ਜ਼ੁਲਮ ਸਹੇ ਤੇ ਆਜ਼ਾਦੀ ਤੋਂ ਬਾਅਦ ਵੀ ਉਹਨਾਂ ਵੱਲੋਂ ਭਾਰਤੀ ਫੌਜ 'ਚ ਰਹਿ ਕੇ ਦੇਸ਼ ਦੀ ਸੇਵਾ ਕੀਤੀ ਗਈ ਤੇ 1972 ਨੂੰ ਉਹ ਫੌਜ 'ਚੋਂ ਸੇਵਾ ਮੁਕਤ ਹੋਏ। ਉਹਨਾਂ ਕਿਹਾ ਕਿ ਜਦੋਂ ਤੱਕ ਪੰਡਿਤ ਪੂਰਨ ਚੰਦ ਜਿਉਂਦੇ ਸਨ ਉਦੋਂ ਤੱਕ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਸਮਾਗਮਾਂ ਤੇ ਬੁਲਾਇਆ ਜਾਂਦਾ ਸੀ, ਪਰੰਤੂ ਉਹਨਾਂ ਦੀ ਮੌਤ ਤੋਂ ਬਾਅਦ ਪ੍ਰਸ਼ਾਸਨ ਨੇ ਕਦੇ ਵੀ ਉਹਨਾਂ ਦੀ ਸਾਰ ਨਹੀਂ ਲਈ ਤੇ ਉਹਨਾਂ ਵੱਲੋਂ ਕਈ ਚਿੱਠੀਆਂ ਨੌਕਰੀ ਲਈ ਸਰਕਾਰ ਅਤੇ ਵੱਖ-ਵੱਖ ਵਿਭਾਗਾਂ ਨੂੰ ਲਿਖੀਆਂ ਗਈਆਂ, ਪਰੰਤੂ ਕਿਸੇ ਨੇ ਵੀ ਉਹਨਾਂ ਦੀ ਵਾਹ ਨਹੀਂ ਫੜੀ ਤੇ ਅੱਜ ਘਰ 'ਚ ਅੱਤ ਦੀ ਗਰੀਬੀ ਹੋਣ ਕਾਰਨ ਘਰ ਦੇ ਹਾਲਾਤ ਬਦ ਤੋਂ ਬਦਤਰ ਬਣ ਚੁੱਕੇ ਨੇ। ਪਰਿਵਾਰ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੇ ਪਰਿਵਾਰ ਦੀ ਬਾਹ ਫੜੀ ਜਾਵੇ ਤਾਂ ਜੋ ਉਹਨਾਂ ਦਾ ਕੋਈ ਸੁਧਾਰ ਹੋ ਸਕੇ। ਹੁਸ਼ਿਆਰਪੁਰ ਨਿਊਜ਼ ਦੇ ਨਾਲ ਚੇਤਨ ਕਸ਼ਪ ਦੀ ਰਿਪੋਰਟ। ਨਾਮ ਹੈ ਜੀ? ਸ਼ਸ਼ੀ ਰਾਣੀ। ਕਿਹੜਾ ਪਿੰਡ ਹੈ ਜੀ? ਟੱਪਾ ਜੀ। ਇਹ ਪੂਰਨ ਚੰਦ ਜੀ ਕੀ ਲੱਗਦੇ ਸੀ ਤੁਹਾਡੇ? ਮੇਰੇ ਸਹੁਰਾ ਸਾਹਿਬ ਜੀ ਸੀ, ਫੌਜ ਵਿੱਚ ਨੌਕਰੀ ਕਰਦੇ ਫੌਜ 'ਚ ਨੌਕਰੀ ਕਰਦੇ ਸੀ ਜੀ। ਸਾਨੂੰ ਉਹਨਾਂ ਨੇ ਬਹੁਤ ਦੇਸ਼ ਦੀ ਖਾਤਰ ਬਹੁਤ ਉਹਨਾਂ ਨੇ ਔਖੀਆਂ ਸਜ਼ਾ ਕੱਟੀਆਂ, ਜੇਲ੍ਹ ਵੀ ਕੱਟੀ ਉਹਨਾਂ ਨੇ, ਜੰਗਲ ਦੇ ਵਿੱਚ ਪੱਤੇ ਖਾਧੇ ਉਹਨਾਂ ਨੇ, 7-8 ਸਾਲ ਜੇਲ੍ਹ 'ਚ ਰਹੇ। ਦੇਸ਼ ਦੀ ਖਾਤਰ ਦੇਸ਼ ਆਜ਼ਾਦ ਕਰਾਇਆ ਉਹਨਾਂ ਨੇ, ਸਾਨੂੰ ਕੁਛ ਨਹੀਂ ਦਿੱਤਾ, ਨਾ ਸਾਡੇ ਤੱਕ ਇੱਥੇ ਤੱਕ ਅੱਜ ਦਿਨ ਤੱਕ ਪਹੁੰਚੇ ਕੋਈ ਵੀ। ਅਸੀਂ ਬਹੁਤ ਕੋਸ਼ਿਸ਼ ਕੀਤੀ ਕਿਸੇ ਮੈਂਬਰ ਨੂੰ ਕੋਈ ਨੌਕਰੀ ਦਿੱਤੀ ਜਾਵੇ ਜਾਂ ਕੋਈ ਜਗ੍ਹਾ ਜ਼ਮੀਨ ਦਿੱਤੀ ਜਾਵੇ ਜਾਂ ਕੋਈ ਘਰ ਮਕਾਨ ਦੇ ਦੇਖਿਆ ਜਾਵੇ। ਉਹਨਾਂ 3 ਵਾਰੀ ਨੌਕਰੀ ਕੀਤੀ, ਇੱਕ ਵਾਰੀ ਵੀ ਨਹੀਂ ਸਾਨੂੰ ਕਿਸੇ ਨੇ ਕੋਈ ਚਿੱਠੀ ਕੋਈ ਪੱਤਰ। ਉਹਨਾਂ ਦੇ ਹੁੰਦੇ ਤੱਕ 26 ਜਨਵਰੀ ਦੇ 15 ਅਗਸਤ ਦੇ ਸਾਨੂੰ ਕਾਰਡ ਆਉਂਦੇ ਸੀ, ਜਦ ਤੱਕ ਉਹ ਪੂਰੇ ਖਤਮ ਹੋ ਗਏ ਉਸ ਤੋਂ ਬਾਅਦ ਕਿਸੇ ਨੇ ਨਹੀਂ ਸਾਨੂੰ ਪੁੱਛਿਆ ਆਣ ਕੇ ਕਿਸ ਤਰ੍ਹਾਂ ਰਹਿ ਰਹੇ ਆ, ਕਿੱਦਾਂ ਖਾ ਪੀ ਰਹੇ ਆ ਜਾਂ ਕਿੱਦਾਂ ਤੁਹਾਡੇ ਘਰ ਦੀ ਹਾਲਤ ਹੈ। ਇਸ ਕਰਕੇ ਅਸੀਂ ਬੇਨਤੀ ਕਰਦੇ ਹਾਂ ਸਾਡੇ ਬੱਚਿਆਂ ਨੂੰ ਕੋਈ ਮਾੜੀ ਮੋਟੀ ਨੌਕਰੀ ਦਿੱਤੀ ਜਾਵੇ। ਮਾਤਾ ਜੀ ਘਰ ਦੀ ਗੱਲ ਕਰੀਏ ਤਾਂ ਘਰ ਦੇ ਕਿਹੋ ਜਿਹੇ ਹਾਲਾਤ ਨੇ ਜੀ? ਘਰ ਦੇ ਬਹੁਤ ਗਰੀਬੀ ਦੇਖੀ ਹੈ ਜੀ। ਉਹ ਜਦ ਦੇ ਰਿਟਾਇਰ ਹੋ ਕੇ ਆਏ ਸੀ ਉਦੋਂ ਦੇ ਬਿਮਾਰ ਸੀਗੇ, ਹਾਂਜੀ, ਮੰਜੇ 'ਤੇ ਰਹਿੰਦੇ ਸੀ। ਅਸੀਂ ਉਹਨਾਂ ਦੀ ਖੁਦ ਆਪ ਸੇਵਾ ਕਰਦੇ ਸੀ, ਚੱਕ ਕੇ ਉਹਨਾਂ ਨੂੰ ਪੈਨਸ਼ਨ ਲੈਣ ਜਾਂਦੇ ਸੀ। ਇੱਥੇ ਕੋਈ ਬੱਸ ਗੱਡੀ ਨਹੀਂ ਸੀ, ਕੋਈ ਰਸਤਾ ਨਹੀਂ ਸੀ, ਨਾ ਕੋਈ ਸੜਕ ਸੀ। ਉਹਨਾਂ ਨੂੰ ਗਦੇੜੀ ਲਾ ਕੇ ਤਾਂ ਜਨੋੜੀ ਪੈਨਸ਼ਨ ਲੈਣ ਜਾਂਦੇ ਸੀ। ਅਤੇ ਅਸੀਂ ਬਹੁਤ ਗਰੀਬੀ ਦੇਖੀ ਹੈ ਇਸ ਘਰ ਦੇ ਵਿੱਚ, ਅਤੇ ਸਾਨੂੰ ਕੋਈ ਗੌਰਮੈਂਟ ਨੇ ਕੋਈ ਸਹੂਲਤ ਨਹੀਂ ਦਿੱਤੀ, ਨਾ ਬੱਚਿਆਂ ਨੂੰ ਨਾ ਸਾਡੇ ਘਰ ਵਾਸਤੇ। ਮਾਤਾ ਜੀ ਜੇਕਰ ਹੁਣ ਘਰ ਦੀ ਗੱਲ ਕਰੀਏ ਤਾਂ ਹੁਣ ਵੀ ਘਰ ਦੇ ਹਾਲਾਤ ਬਹੁਤ ਮਾੜੇ ਆ। 2-4 ਦਿਨ ਤੱਕ ਜਿਹੜਾ ਆਜ਼ਾਦੀ ਦਿਹਾੜਾ ਆ ਰਿਹਾ, 75ਵਾਂ ਆਜ਼ਾਦੀ ਦਿਹਾੜਾ ਪੂਰੇ ਦੇਸ਼ ਭਰ ਦੇ ਵਿੱਚ ਬਹੁਤ ਧੂਮਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਾ ਵੱਲੋਂ ਲੋਕਾਂ ਨੂੰ ਵਾਰ-ਵਾਰ ਅਪੀਲ ਕੀਤੀ ਜਾ ਰਹੀ ਹੈ। ਲੱਗਦਾ ਨਹੀਂ ਕਿ ਜਿਹੜਾ ਸਾਰਾ ਜ਼ੋਰ ਇਹਨਾਂ ਵੱਲੋਂ ਜਿਹੜੇ ਸਮਾਗਮਾਂ 'ਤੇ ਕਰੋੜਾਂ ਅਰਬਾਂ ਰੁਪਇਆ ਜਿਹੜਾ ਖਰਚਿਆ ਜਾਂਦਾ ਹੈ, ਇਹ ਜਿਹੜੇ ਆਜ਼ਾਦੀ ਘੁਲਾਟੀਏ ਸੀ ਜਿਨ੍ਹਾਂ ਨੇ ਆਪਣੀਆਂ ਜਾਨਾਂ ਵਾਰੀਆਂ ਦੇਸ਼ ਨੂੰ ਆਜ਼ਾਦ ਕਰਵਾਉਣ ਲਈ, ਉਹਨਾਂ ਦੇ ਇੱਕ ਪਰਿਵਾਰਕ ਮੈਂਬਰਾਂ ਦੀ, ਉਹਨਾਂ ਦੇ ਘਰਾਂ ਦੀ ਸਾਰ ਲੈਣੀ ਚਾਹੀਦੀ ਹੈ। ਹਾਂਜੀ, 14 ਸਾਲ ਤੋਂ ਭਾਈ ਨੌਕਰੀ ਕਰ ਰਹੇ ਬੱਚਿਆਂ ਨੇ ਬਹੁਤ ਕੋਸ਼ਿਸ਼ ਕੀਤੀ ਵੀ ਸਾਨੂੰ ਕੋਈ ਨਾ ਕੋਈ ਗੌਰਮੈਂਟ ਫਾਇਦਾ ਦੇਵੇ ਜਾਂ ਕੋਈ ਬੱਚੇ ਸਾਡੇ ਨੂੰ ਨੌਕਰੀ ਦਿੱਤੀ ਜਾਵੇ। ਜਿੰਨੀਆਂ ਸਾਨੂੰ ਚਿੱਠੀਆਂ ਦਿੱਤੀਆਂ ਉਹਨਾਂ ਦਾ ਕੋਈ ਜਵਾਬ ਨਹੀਂ ਆਇਆ, ਕਿਸੇ ਨੇ ਕੋਈ ਸੁਣਾਈ ਨਹੀਂ ਕੀਤੀ ਸਾਡੀ ਵੀ ਕਿਸੇ ਮੈਂਬਰ ਨੂੰ ਕੋਈ ਨੌਕਰੀ ਦਿੱਤੀ ਜਾਵੇ। 3 ਵਾਰੀ ਬੱਚਿਆਂ ਨੇ ਕਾਗਜ਼ ਭੇਜੇ ਆ, ਕਾਗਜ਼ਾਂ ਦੀ ਨਕਲਾਂ ਵੀ ਹਜੇ ਤੱਕ ਸਾਡੇ ਕੋਲ ਪਈਆਂ, ਕਿਸੇ ਨੇ ਨਹੀਂ ਕੋਈ ਵੀ ਸੁਣਾਈ ਕੀਤੀ ਸਾਡੀ। ਆਜ਼ਾਦੀ ਤੋਂ ਪਹਿਲਾਂ ਵੀ ਬਹੁਤ ਆਪਣੇ ਪਿੰਡ ਤੇ ਇਹਨਾਂ ਵੱਲੋਂ ਸੰਤਾਪ ਹਟਾਇਆ ਗਿਆ। ਸੁਭਾਸ਼ ਚੰਦਰ ਬੋਸ ਜੀ ਦੀ ਇਹ ਸੈਨ ਆਜ਼ਾਦ ਹਿੰਦ ਫੌਜ ਦੇ ਵਿੱਚ ਰਹਿ ਕੇ ਕਹਿੰਦੇ ਪਹਿਲਾਂ ਵੀ ਇਹਨਾਂ ਨੇ ਬੜਾ ਆਪਣੀ ਹਾਂਜੀ ਜੇਲ੍ਹ ਕੱਟੀ ਹੈ, ਚੱਕੀ ਪੀਸੀ ਹੈ ਇਹਨਾਂ ਨੇ,
ਬਾਕੀਆਂ ਨੂੰ ਫੌਜ ਵਾਲਿਆਂ ਨੂੰ ਰੋਟੀ ਵੀ ਖਿਲਾਉਂਦੇ ਸੀ ਚੱਕੀ ਨਾਲ, ਆਪ ਖੁਦ ਆਟਾ ਪੀਸ ਕੇ ਦੱਸਦੇ ਪਏ ਸੀ ਵੀ ਅਸੀਂ ਆਪ ਆਟਾ ਪੀਸ ਕੇ ਤਾਂ ਜੇਲ੍ਹ ਵਾਲੀਆਂ ਨੂੰ, ਕੈਦੀਆਂ ਨੂੰ ਰੋਟੀ ਆਪ ਖੁਦ ਬਣਾ ਕੇ ਖਿਲਾਉਂਦੇ ਸੀ। ਬਹੁਤ ਸਜ਼ਾ ਕੱਟੀਆਂ ਇਹਨਾਂ ਨੇ, ਉਹਨਾਂ ਦਾ ਫਲ ਨਹੀਂ ਪ੍ਰਮਾਤਮਾ ਨੇ ਦਿੱਤਾ ਇਹਨਾਂ ਨੂੰ। ਕਾਲੇ ਪਾਣੀ ਦੀ ਸਜ਼ਾ ਵੀ ਕਹਿੰਦੇ ਕੱਟੀ? ਹਾਂਜੀ। ਕਿੰਨੇ ਸਾਲ ਕੱਟੀ? 7 ਸਾਲ ਜੀ। ਕੀ ਮਾਤਾ ਜੀ ਲੱਗਦਾ, ਕੀ ਕਹਿਣਾ ਚਾਹੁੰਦੇ ਹੋ ਸਰਕਾਰ ਨੂੰ, ਪ੍ਰਸ਼ਾਸਨ ਨੂੰ? ਇੰਨੇ ਤਸੀਹੇ ਝੱਲੇ, ਤਸੀਹੇ ਝੱਲਣ ਦੇ ਬਾਵਜੂਦ ਆ ਜਿਹੜੇ, ਕਿਉਂਕਿ ਅਕਸਰ ਅਫਸਰਾਂ ਵੱਲੋਂ, ਮੰਤਰੀਆਂ ਵੱਲੋਂ, ਸਰਕਾਰਾਂ ਵੱਲੋਂ ਕਿਹਾ ਜਾਂਦਾ ਕਿ ਅਸੀਂ ਅੱਜ ਜੋ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ ਸਿਰਫ ਤੇ ਸਿਰਫ ਆਪਣੇ ਸ਼ਹੀਦਾਂ ਦੀ ਬਦੌਲਤ, ਪਰ ਅੱਜ ਜਿਨ੍ਹਾਂ ਨੇ ਆਜ਼ਾਦ ਕਰਵਾਇਆ, ਤਸੀਹੇ ਝੱਲੇ, ਉਹਨਾਂ ਦੇ ਬਹੁਤ ਮਾੜੇ ਹਾਲਾਤ ਆ। ਕੀ ਕਰਨਾ ਚਾਹੀਦਾ ਸਰਕਾਰਾਂ ਨੂੰ, ਕੀ ਕਦਮ ਚੱਕਣੇ ਚਾਹੀਦੇ ਆ? ਇਹੀ ਕਹਿ ਰਹੇ ਆ ਵੀ ਬੱਚਿਆਂ ਵਾਸਤੇ ਕੁਛ ਨੌਕਰੀ ਨਾਕਰੀ ਦੇਣ, ਕਿਤੇ ਬੱਚੇ ਸਟੈਂਡ ਹੋ ਜਾਣ। ਚਲੋ ਸਾਡੀ ਜ਼ਿੰਦਗੀ ਤਾਂ ਨਿਕਲ ਗਈ ਹੈ, ਚਲੋ ਬੱਚੇ ਵਾਸਤੇ ਅੱਗੇ ਵਾਸਤੇ ਕੋਈ ਨਾ ਕੋਈ ਗੌਰਮੈਂਟ ਸਹੂਲਤ ਦੇਵੇ ਇਹਨਾਂ ਨੂੰ। ਆਜ਼ਾਦੀ ਦਾ ਦਿਹਾੜਾ ਮਨਾਇਆ ਜਾ ਰਿਹਾ, ਹੁਸ਼ਿਆਰਪੁਰ ਪ੍ਰਸ਼ਾਸਨ ਵੱਲੋਂ, ਡੀਸੀ ਸਾਹਿਬ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਇਨਵੀਟੇਸ਼ਨ ਵਗੈਰਾ ਆਇਆ ਤੁਹਾਨੂੰ? ਨਹੀਂ ਜੀ। ਕਦੋਂ ਤੋਂ ਬੰਦ ਹੋ ਗਏ ਆਣੇ? ਉਹ ਉਹਨਾਂ ਦੇ ਹੁੰਦੇ ਤੱਕ ਹੀ ਸੀ, ਜਦ ਤੱਕ ਜਿੰਦੇ ਸੀ ਉਦੋਂ ਤੱਕ ਹੀ ਆਉਂਦੇ ਸੀ। ਬਾਅਦ 'ਚ ਉਹਨਾਂ ਨੇ ਕੋਈ ਸੋਚਿਆ ਨਹੀਂ ਵੀ ਉਹਨਾਂ ਦੀ ਕੋਈ ਫੈਮਿਲੀ ਦਾ ਬੰਦਾ ਹੈ ਜਾਂ ਉਹਨਾਂ ਦਾ ਘਰ 'ਚ ਕੋਈ ਬੱਚਾ ਹੈ। ਜਦ ਤੱਕ ਉਹ ਜਿੰਦੇ ਸੀ ਤਦ ਤੱਕ ਆਉਂਦੇ ਸੀ, ਉਸ ਤੋਂ ਬਾਅਦ ਕੋਈ ਨਹੀਂ ਆਇਆ ਇੱਥੇ। ਕੋਈ ਬੱਚੇ ਨੂੰ ਭਰਤੀ ਕਰਾਉਣ ਦੇ ਲਈ ਤੁਸੀਂ ਅੱਜ ਤੱਕ ਬੱਚਿਆਂ ਦੀ ਭਰਤੀ ਦੇਖੀ ਆ? ਕਾਗਜ਼ ਅਸੀਂ 2 ਵਾਰੀ, ਸਾਨੂੰ ਇੱਥੇ ਭੁੰਗੇ ਬਲੋਕ ਤੋਂ ਆਉਂਦੇ ਰਹੇ ਆ ਦੇ ਚੌਂਕੀ ਵਾਲੇ, ਉਹਨਾਂ ਨੇ ਸਾਨੂੰ ਪੁੱਛਿਆ, ਮੈਡਲ ਮੂਡਲ ਦੇਖੇ ਆ, ਅਸੀਂ ਕਾਗਜ਼ ਵੀ ਦਿੱਤੇ ਆ, ਹਜੇ ਤੱਕ ਵੀ ਨਕਲਾਂ ਸਾਡੇ ਕੋਲ ਪਈਆਂ ਉਹਨਾਂ ਦੀਆਂ। ਉਹਨਾਂ ਨੇ ਕੋਈ ਜਵਾਬ ਨਹੀਂ ਸਾਨੂੰ ਦਿੱਤਾ। 14 ਤੋਂ ਬੱਚੇ ਕਰ ਰਹੇ ਆ। ਦੁੱਖ ਲੱਗਦਾ ਕਿ ਜਿਹੜਾ ਦੇਸ਼ ਦੇ ਲਈ ਇੰਨਾ ਕੁਝ ਕੀਤਾ, ਅੱਜ ਤੁਹਾਨੂੰ ਹੀ ਅੱਖਾਂ ਤੋਂ ਪਰੋਖੇ ਕੀਤਾ ਗਿਆ। ਹਾਂਜੀ। ਦੁੱਖ ਹੈ ਕੋਈ ਦਿਲ ਦੇ ਵਿੱਚ? ਬਹੁਤ ਦੁੱਖ ਹੈ ਜੀ ਸਾਨੂੰ। ਦੇਸ਼ ਦੀ ਖਾਤਰ ਉਹਨੇ ਇੰਨਾ ਕੁਝ ਕੀਤਾ, ਉਹਨਾਂ ਨੇ ਸਾਡੀ ਖਾਤਰ ਕੁਝ ਨਹੀਂ ਕੀਤਾ ਹੈਗਾ। ਇਹੀ ਹਾਲਾਤ ਹੈ ਤਾਂ ਆਉਣ ਵਾਲੇ ਦਿਨਾਂ 'ਚ ਕੋਈ ਦੇਸ਼ ਦੀ ਖਾਤਰ ਕੋਈ ਜੰਗਾਂ ਲੜੂਗਾ, ਕੋਈ ਮਰੂਗਾ, ਹੈ ਕੋਈ ਲੱਗਦਾ ਤੁਹਾਨੂੰ? ਨਹੀਂ ਜੀ, ਸਾਨੂੰ ਨਹੀਂ। ਓਕੇ, ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਅਜੇ ਕੁਮਾਰ ਜੀ। ਅਜੇ ਕੁਮਾਰ ਜੀ, ਪੂਰਨ ਚੰਦ ਜੀ ਕੀ ਲੱਗਦੇ ਤੁਹਾਡੇ? ਮੇਰੇ ਦਾਦਾ ਜੀ ਸੀਗੇ ਜੀ। ਕੀ ਕਹਿਣਾ ਚਾਹੁੰਦੇ ਹੋ? ਤੁਹਾਡੇ ਮਾਤਾ ਜੀ ਦੇ ਦੱਸਣ ਮੁਤਾਬਕ ਕਈ ਵਾਰ ਜਿਹੜੀਆਂ ਬੇਨਤੀਆਂ ਕੀਤੀਆਂ ਸਰਕਾਰਾਂ ਨੂੰ ਵੀ, ਅਧਿਕਾਰੀਆਂ ਨੂੰ ਵੀ, ਪਰ ਕਿਸੇ ਨੇ ਅੱਜ ਤੱਕ ਬਾਂਹ ਨਹੀਂ ਫੜੀ, ਸਾਰ ਨਹੀਂ ਲਈ। ਸਰ ਜੀ, ਸਾਡੇ ਦਾਦਾ ਜੀ ਨੇ ਬਹੁਤ ਸੰਘਰਸ਼ ਲੜਿਆ, ਬਹੁਤ ਲੜਾਈਆਂ ਲੜੀਆਂ, ਸਾਡੀ ਸਰਕਾਰਾਂ ਨੇ ਕੋਈ ਨਹੀਂ ਸੁਣੀ ਜੀ। ਬਹੁਤ ਕੋਸ਼ਿਸ਼ ਕੀਤੀ ਅਸੀਂ ਆਰਮੀ ਦੀ ਭਰਤੀ ਦੇਖਣ ਵਾਸਤੇ, ਨੌਕਰੀਆਂ, ਕੋਈ ਨੌਕਰੀ ਨਹੀਂ ਲੱਭੀ ਜੀ ਸਾਨੂੰ। ਕੀ ਲੱਗਦਾ ਕਿਉਂ ਸਰਕਾਰਾਂ ਜਾਂ ਜਿਹੜੇ ਅਧਿਕਾਰੀ ਆ ਕਿਉਂ ਅੱਖੋਂ ਪਰੋਖੇ ਕਰਦੇ? ਸਾਰੇ ਤਾਂ ਹੁਣ ਸਰਕਾਰਾਂ ਨੂੰ ਪਤਾ ਹੋਣਾ। ਇੱਕ ਪਾਸੇ ਅਸੀਂ ਉਹ ਵੱਡੇ ਵੱਡੇ ਬਿਆਨ ਵੱਡੇ, ਦਿੰਦੇ ਆ। ਹਾਂਜੀ ਹਾਂਜੀ, ਤੇ ਕੁਛ ਨਹੀਂ ਕਹਦੇ, ਬੜੀਆਂ ਕੋਸ਼ਿਸ਼ਾਂ ਕੀਤੀਆਂ ਜੀ। ਸਾਡੇ ਬ੍ਰਦਰ ਉਹਨਾਂ ਨੇ ਵੀ, ਸਾਰਿਆਂ ਨੇ, ਵੱਡੇ ਵੱਡਿਆਂ ਨੇ ਜੀ, ਨਹੀਂ ਕੋਈ ਸਰਕਾਰਾਂ ਨੇ ਸਾਡੀ ਸੁਣੀ ਜੀ। ਮਨ ਦੇ ਵਿੱਚ ਸੀਗਾ ਕਿ ਜਿੱਦਾਂ ਮੇਰੇ ਬਾਬੇ ਨੇ, ਮੇਰੇ ਦਾਦੇ ਨੇ ਜਿਹੜਾ ਹੈਗਾ ਦੇਸ਼ ਦੇ ਵਾਸਤੇ ਸ਼ੌਂਕ ਸੀਗਾ ਜੀ, ਸਾਨੂੰ ਵੀ ਸੀਗਾ ਕਿ ਅਸੀਂ ਆਰਮੀ 'ਚ ਹੋਈਏ ਜੀ। ਬੜੀ ਕੋਸ਼ਿਸ਼ ਕੀਤੀ ਪਰ ਨਹੀਂ, ਸਾਡੀ ਸਰਕਾਰਾਂ ਨੇ ਕੋਈ ਨਹੀਂ ਸੁਣੀ। ਅੱਜ ਤੱਕ ਇਹ ਘਰ ਦੇ ਹਾਲਾਤ ਵੀ ਬਾਈ ਜੀ ਦੇਖੀਏ ਵੀਰ ਜੀ ਬਹੁਤ ਮਾੜੇ ਆ। ਕਦੀ ਕੋਈ, ਚਲੋ ਵੱਡੇ ਅਧਿਕਾਰੀ ਤਾਂ ਨਹੀਂ, ਕੋਈ ਲੋਕਲ ਪੱਧਰ ਦਾ, ਕੋਈ ਬਲਾਕ ਪੱਧਰੀ ਅਧਿਕਾਰੀ ਵੀ ਆ ਦੇਖਣ ਹਾਲਾਤ? ਨਹੀਂ ਸਰ, ਕੋਈ ਨਹੀਂ ਆਇਆ ਜੀ, ਕੋਈ ਨਹੀਂ ਗਰੀਬ ਦੀ ਸੁਣਦਾ ਜੀ। ਸਾਡੇ ਘਰ ਮਕਾਨ ਜਿੱਦਾਂ ਦੇ ਹੈ, ਬਹੁਤ ਪਹਿਲਾਂ ਤੋਂ ਇਦਾਂ ਦੇ ਹੀ ਹੈ ਜੀ। ਕੀ ਲੱਗਦਾ ਅਖਬਾਰਾਂ ਦੇ ਵਿੱਚ ਨਿੱਤ ਬਿਆਨ ਆਉਂਦੇ ਮੰਤਰੀਆਂ ਦੇ, ਅਧਿਕਾਰੀਆਂ ਦੇ, ਟੀਵੀ ਚੈਨਲਾਂ ਤੇ ਸਿਰਫ ਫੋਕੀ ਬਿਆਨਬਾਜ਼ੀ ਹੈ? ਫੋਕੀ ਬਿਆਨਬਾਜ਼ੀ ਹੈ ਜੀ। ਕੋਈ ਗਰੀਬ ਦੀ ਸੁਣਦਾ, ਸਿਰਫ ਵੋਟਾਂ ਲੈਣੇ ਦੀ ਖਾਤਰ ਆਉਂਦੇ ਆ ਜੀ, ਸਾਨੂੰ ਬਣਾ ਦਿਓ, ਤੁਹਾਡੀ ਅਸੀਂ ਇਹ ਹੈਲਪ ਕਰਾਂਗੇ, ਉਹ ਮਦਦ ਕਰਾਂਗੇ, ਕੋਈ ਬਾਅਦ 'ਚੋਂ ਸੁਣਾਈ ਨਹੀਂ ਹੁੰਦੀ ਜੀ ਗਰੀਬ ਬੰਦੇ ਦੀ। 15 ਅਗਸਤ 26 ਜਨਵਰੀ ਦੇ ਦਿਹਾੜੇ ਦੇ ਉੱਤੇ ਵੱਡੀਆਂ ਵੱਡੀਆਂ ਸਟੇਜਾਂ ਦੇ ਉੱਤੇ ਗੱਲਾਂ ਹੁੰਦੀਆਂ। ਹਾਂਜੀ, ਆਜ਼ਾਦੀ ਘੁਲਾਟਿਆਂ ਨੂੰ ਬੁਲਾਇਆ ਵੀ ਜਾਂਦਾ ਹੈ। ਹਾਂਜੀ। ਕੀ ਉਹ ਵਾਅਦੇ ਹੀ ਰਹਿ ਜਾਂਦੇ? ਉਹ ਵਾਅਦੇ ਰਹਿ ਜਾਂਦੇ ਜੀ, ਕੋਈ ਨਹੀਂ ਸੁਣਾਈ ਕਰਦਾ ਜੀ ਸਰ। ਬਾਅਦ 'ਚੋਂ ਵੀ ਸਾਨੂੰ ਬੁਲਾਇਆ ਜਾਂਦਾ ਜੀ ਕਿ ਸਾਰੇ ਆਣ, ਉੱਥੇ ਤੁਹਾਡੀ ਕੋਈ ਨਾ ਕੋਈ ਸੁਣੀ ਜਾਊਗੀ, ਪਰ ਨਹੀਂ, ਸਾਡੀ ਕੋਈ ਨਹੀਂ ਸੁਣਦੇ ਜੀ। ਹਲਕਾ ਕਿਹੜਾ ਪੈਂਦਾ ਜੀ ਇਹ ਹੈਗਾ ਜੀ ਸਾਡਾ ਚਾਂਪ 84 'ਚ। ਵੀਰ ਜੀ, ਥੋੜਾ ਸਮਾਂ ਪਹਿਲਾਂ ਹੀ ਵੋਟਾਂ ਹੋਈਆਂ ਜਾਂ ਉਸ ਤੋਂ ਪਹਿਲਾਂ ਵੀ ਬਹੁਤ ਸਾਰੀਆਂ, ਹੁਣ ਫੇਰ ਵੋਟਾਂ ਆਉਣ ਵਾਲੀਆਂ 2024 ਦੇ ਵਿੱਚ, ਵੱਖ-ਵੱਖ ਤਰ੍ਹਾਂ ਦੇ ਰਾਜਨੀਤਿਕ ਨੁਮਾਇੰਦੇ ਆਉਂਦੇ ਹੋਣਗੇ, ਉਹਨਾਂ ਨੂੰ ਪਤਾ ਵੀ ਹੋਵੇਗਾ ਤੁਹਾਡੇ ਦਾਦਾ ਜੀ ਦੀ ਸ਼ਹਾਦਤ ਬਾਰੇ, ਪਰ ਹਾਲਾਤ ਘਰ ਦੇ ਦੇਖ ਕੇ ਉਹਨਾਂ ਨੇ ਕਦੀ ਕਿਹਾ ਨਹੀਂ ਕਿ ਤੁਹਾਡੇ ਲਈ ਅਸੀਂ ਕੁਝ ਕਰਾਂਗੇ? ਨਹੀਂ ਸਰ, ਕੁਛ ਨਹੀਂ ਕਿਹਾ। ਸਾਰੀਆਂ ਸਰਕਾਰਾਂ ਆਉਂਦੀਆਂ, ਬਸ ਵੋਟਾਂ ਲੈ ਕੇ ਚੱਲ ਜਾਂਦੇ, ਕੋਈ ਨਹੀਂ ਸਾਡੀ ਸੁਣਾਈ ਕਰਦੇ ਜੀ। ਠੀਕ। We are a multicultural network community. We groom competent global citizens to effect positive change around them.